level depends upon another trophic level. So here trophic level, what is trophic level? Trophic level is actually a like ਜਿੱਦਾਂ ਦੇਖ ਲਓ ਫੂਡ ਵੈਬ ਦੇ ਵਿੱਚ ਫਸਟਲੀ ਗ੍ਰਾਸ ਹੈਗਾ, ਗ੍ਰਾਸ, ਦੈਨ ਗ੍ਰਾਸ ਨੂੰ ਕੋਈ ਵੀ ਰੈਬਿਟ ਖਾ ਰਿਹਾ ਜਾਂ ਡੀਅਰ ਖਾ ਰਿਹਾ, ਇਸ ਨੂੰ ਅੱਗੇ ਫਰਦਰ ਲਾਇਨ ਖਾ ਰਿਹਾ, ਠੀਕ। So this is a chain, this is a one way, this is one way, and this is unidirectional. We can say this is unidirectional. कि एक वाली जाएगी, ये नहीं है कि लाइन ਨੂੰ ਡੀਅਰ ਖਾ ਜਾਏਗਾ, ਡੀਅਰ ਨੂੰ ਗ੍ਰਾਸ ਖਾਏਗਾ, ਐਦਾਂ ਨਹੀਂ ਹੁੰਦਾ। ਗ੍ਰਾਸ ਨੂੰ ਰੈਬਿਟ ਖਾਏਗਾ, ਡੀਅਰ ਖਾਏਗਾ, ਡੀਅਰ ਨੂੰ ਲਾਇਨ ਖਾਏਗਾ। ਸੋ ਦਿਸ ਇਜ਼ a unidirectional chain and food ਇਹਨੂੰ ਅਸੀਂ ਕਹਿੰਦੇ ਹਾਂ food chain। ਗ੍ਰਾਸ ਨੂੰ ਰੈਬਿਟ, ਰੈਬਿਟ ਨੂੰ ਲਾਇਨ, ਤਾਂ ਸੌਰੀ ਤਾਂ ਇਹਦਾ ਕੀ ਹੈ, ਫੂਡ ਚੇਨ ਬਣ ਜਾਏਗੀ। ਇਸ ਤੋਂ ਬਾਅਦ ਟਰਮ ਆਈ ਸਾਡੇ ਕੋਲ ਫੂਡ ਵੈਬ। ਬੱਚੇ ਬਹੁਤ ਕਨਫਿਊਜ਼ ਹੁੰਦੇ ਆ ਜੀ ਫੂਡ ਵੈਬ ਦੇ ਵਿੱਚ। ਫੂਡ ਵੈਬ ਕੀ ਹੈ? ਸੌਰੀ, ਦਿਸ ਇਜ਼ ਫੂਡ ਚੇਨ। ਮੈਂ ਗਲਤੀ ਨਾਲ ਲਿਖ ਬੈਠਾ ਸੀਗਾ ਵੈਬ, ਇੱਥੇ ਆਣੀ ਹੈ ਫੂਡ ਵੈਬ। ਫੂਡ ਵੈਬ ਦੇ ਵਿੱਚ ਕੀ ਹੋਏਗਾ? ਫੂਡ ਵੈਬ ਦੇ ਵਿੱਚ ਬਹੁਤ ਸਾਰੀਆਂ ਫੂਡ ਚੇਨਸ ਇੰਟਰਲਿੰਕ ਹੋਣਗੀਆਂ। ਸੋ ਨੈਟਵਰਕ ਆਫ ਫੂਡ ਚੇਨਸ, ਨੈਟਵਰਕ ਆਫ ਫੂਡ ਚੇਨ, ਫੂਡ ਚੇਨਸ ਦਾ ਨੈਟਵਰਕ ਨੂੰ ਅਸੀਂ ਫੂਡ ਵੈਬ ਕਹਿੰਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਮੰਨ ਲਓ ਗ੍ਰਾਸ, ਗ੍ਰਾਸ ਖਾਇਆ ਜਾਂਦਾ ਹੈ ਰੈਬਿਟ ਦੁਆਰਾ, जो स्पेलिंग आई थिंक मैच ना करन, बट रैबिट, ग्रास ऊपर, ठीक। ग्रास ऊपर में कोई होर खाएगा, इनू ईगल भी खा जाती है। इदां दे बहुत सारे इंटरलिंक्ड चेन बन जाती है जिन्होंने ਅਸੀਂ फूड वैब कहने हैं। लाइक एक कंप्यूटर ਦੇ ਵਿੱਚ ਜਿੱਦਾਂ ਨੈਟਵਰਕ ਲੈਬ ਹੁੰਦੀ ਹੈ ਨਾ, ਨੈਟਵਰਕ ਦੇ ਅਕੋਰਡਿੰਗ ਇੱਕ ਵੈਬ ਹੁੰਦੀ ਆ, ਉਹਦੇ ਵਿੱਚ ਬਹੁਤ ਸਾਰੇ ਕੰਪਿਊਟਰ ਐਪਸ ਵਿੱਚ ਇੰਟਰਲਿੰਕ ਹੁੰਦੇ। ਸੋ ਦੈਟਸ ਕਾਲਡ ਫੂਡ ਵੈਬ। ਸੋ ਲਾਈਕ ਸਿਮਿਲਰਲੀ, ਸੋ ਨਾਓ ਅ ਵੈਰੀ ਇੰਪੋਰਟੈਂਟ ਕੁਐਸਚਨ ਇਜ਼ ਵਾਟ ਇਜ਼ ਦਾ 10% ਲੌਗ। ਬਹੁਤ ਵਾਰ ਪੇਪਰ ਪੁੱਛਿਆ ਗਿਆ, ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ, ਅਸੀਂ ਡਿਸਕਸ ਕਰਨ ਜਾ ਰਹੇ ਹਾਂ, ਜਿਹੜਾ ਕਿ ਕੁਐਸਚਨਸ ਬਹੁਤ ਵਾਰ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ। এনवायरमेंट ਦੇ ਰਿਲੇਟਡ, एनवायरमेंट ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਕੁਐਸਚਨ ਬਾਰੇ। ਸਪੈਸ਼ਲੀ क्या है जी 10% लॉ बार बहुत आवाज आ रही है, बहुत वेटिंग वाले आ रहे हैं, चीज़ा बेचने वाले है ना। सो दिस टाइम इज ए लाइक क्या कहते हैं मशहूरी है ना, एडवर्टाइजमेंट। सो ओके, नाउ टाइम्स कम टू बैक, ओके कम टू द पॉइंट। नेक्स्ट इज 10% लॉ। 10% लॉ, व्हाट इज 10% लॉ? After 10% law, I will discuss about that topic which is from +1 class, and that's also very important for master cadre examination. So बने रहो वीडियो के ऊपर। 10% law की कहता जी, 10% law कहता है कि जदों सन तो एनर्जी आएगी प्लांट्स दे कोल, ਤਾਂ प्लांट्स 1% एनर्जी क्या करेंगे, एब्जॉर्ब करेंगे, ठीक। प्लांट्स 1% एनर्जी ऑब्जॉर्व करेंगे। प्लांट्स तो अगे फर्दर डियर जिन्हें ਅਸੀਂ 10% एनर्जी करने हैं, एंड फर्दर इनू लोइन खा रहा था, देन 10% ऑफ एनर्जी ਇਹਦੇ ਕੋਲ ਜਾਓਗੇ। तो सपोज करो ਸਾਨੂੰ ਇਹ ਕਿੰਨੀ ਦੇ ਰਿਹਾ, 2000 जूल एनर्जी ਦਿੰਦਾ ਪਿਆ। 2000 जूल सन एनर्जी दे रहा है प्लांट ਨੂੰ। प्लांट की कर रहा है 1% अब्जॉर्व कर रहा है। 1% ऑफ 2000, 1% ऑफ 2000 इट बिकम्स 20। सो 20 जूल्स ਜਿਹੜੀ એનર્ਜੀ ਹੈ ਉਹ ਕਿੰਨੇ ਕੋਲ ਜਾ ਰਹੀ ਹੈ, ਡੀਅਰ ਕੋਲ। ਨਾਓ 20 जूल ਨੂੰ ਲੋਇਨ ਖਾ ਰਿਹਾ ਤਾਂ ਕਿੰਨੀ ਜਾਏਗੀ, 10% ਲੋਇਨ ਕੰਜ਼ੂਮ ਕਰੇਗਾ। ਸੋ 20 into 10/100, so it become 2 joule। तो लॉइन कोड़े 2 joule एनर्जी चाहिए। so this is 10% law। this is very most important question ਜਿਹੜਾ ਬਹੁਤ ਵਾਰ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ, ਬਹੁਤ ਵਾਰ ਐਗਜ਼ਾਮਸ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। आई थिंक ਤੁਹਾਨੂੰ ਸਮਝ ਲੱਗ ਗਿਆ ਹੋਣਾ।
ਇਸ ਤੋਂ ਬਾਅਦ ਆਪਾਂ ਨੈਕਸਟ ਚਲਦੇ ਹਾਂ, ਇੱਕ ਹੋਰ ਟਰਮ ਬਹੁਤ ਇੰਪੋਰਟੈਂਟ ਆਉਂਦੀ ਹੈ ਮੇਰੇ ਮਾਈਂਡ ਵਿੱਚ ਆ ਗਈ, ਜੋ ਕਿ ਇਸ এনवायरमेंट ਦੇ ਰਿਲੇਟਡ ਹੈਗੀ ਆ, ਮੈਗਨੀਫਿਕੇਸ਼ਨ, ਬਾਇਓ ਮੈਗਨੀਫਿਕੇਸ਼ਨ ਨੂੰ ਕਹਿੰਦੇ ਆ। Okay, now next is biomagnification. Biomagnification ਦੇ ਵਿੱਚ ਕੀ ਹੁੰਦਾ ਹੈ ਜੀ, ਬਾਇਓਮੈਗਨੀਫਿਕੇਸ਼ਨ ਦੇ ਵਿੱਚ ਲੈਵਲ ਆਫ ਕੈਮੀਕਲਸ ਦਾ ਜਿਹੜਾ ਹੁੰਦਾ ਆ ਪਾਰਟ ਇਨਕਰੀਜ਼ ਕਰਦਾ ਆ, ਮਤਲਬ ਕਿ ਲੈਵਲ ਆਫ ਕੈਮੀਕਲਸ ਇਨਕਰੀਜ਼ ਇਨ ਦੀ ਬਾਡੀ, that is called magnification, biomagnification। ਜਦੋਂ ਕੈਮੀਕਲਸ ਦੀ amount or concentration increase ਕਰ ਜਾਂਦੀ ਹੈ ਹਿਊਮਨ ਬੋਡੀ ਦੇ ਵਿੱਚ, that's called biomagnification। ਮਤਲਬ ਕਿ ਪਹਿਲਾਂ ਅਸੀਂ ਪਲਾਂਟਸ ਕੋਈ ਵੀ ਹੋ ਸਕਦਾ ਹੈ, ਖਾਦ ਸਪਰੇ ਪਾਉਂਦੇ ਆ, ਫਰਟੀਲਾਈਜ਼ਰਸ ਐਡ ਕਰਦੇ ਆ, ਫਰਟੀਲਾਈਜ਼ਰਸ ਐਡ ਕਰਨ ਤੋਂ ਬਾਅਦ ਫਰਟੀਲਾਈਜ਼ਰਸ ਪਲਾਂਟਸ ਵਿੱਚ ਹੋ ਜਾਂਦੀਆਂ, ਪਲਾਂਟਸ ਨੂੰ ਕੋਈ ਹੋਰ ਚੀਜ਼ ਈਟ ਕਰਦੀ ਹੈ, ਐਨੀਮਲਸ ਈਟ ਕਰਦੇ ਆ, ਐਨੀਮਲਸ ਦੇ ਵਿੱਚ ਅਸੀਂ ਵੀ ਆਉਂਦੇ ਆ, ਤਾਂ ਕਿ ਐਂਡ ਵਿੱਚ ਸਾਡੇ ਉਹ ਬੋਡੀ ਵਿੱਚ ਚਲੀ ਜਾਂਦੀ ਹੈ, ਚਾਹ ਥਰੂ ਦੀ ਗਰਾਊਂਡ ਵਾਟਰ ਸਾਡੇ ਬੋਡੀ ਦੇ ਵਿੱਚ ਅੰਦਰ ਚਲੀ ਜਾਂਦੀ ਹੈ। ਸੋ ਨੈਕਸਟ ਇਜ਼ biomagnification is over. So next is chapter 4 plus 1, which one is more important in the syllabus of master cadre. Simply we will discuss about the configuration, electronic configuration of from the structure of atom, the electronic configuration we will discuss about the structure of atom and atom ਦੇ ਵਿੱਚ ਜਿਹੜੇ ਹੁੰਦੇ ਆ proton and neutron। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਨਿਊਕਲੀਅਸ ਵਿੱਚ ਹਮੇਸ਼ਾ ਪ੍ਰੋਟੋਨ ਹੁੰਦੇ ਆ, ਨਿਊਟਰਨ ਹੁੰਦੇ ਆ, ਪ੍ਰੋਟੋਨ ਹੁੰਦੇ ਆ, ਨਿਊਟਰਨ ਹੁੰਦੇ ਆ and electron ਹੁੰਦੇ ਆ। So there is one fact, proton always equal to electron, number of electrons, number of neutron ਦਾ number different ਹੋ ਸਕਦਾ ਹੈ। So neutron ਦੇ ਕਰਕੇ ਹੀ isotopes ਬਣਦੇ। So isotopes ਦਾ ਮਤਲਬ ਕੀ ਹੁੰਦਾ ਹੈ ਕਿ same chemical formula ਹੈਗਾ, isotopes ਦਾ ਮਤਲਬ ਕਾਰਬਨ same ਹੈਗਾ, atomic number same ਹੈਗਾ, but atomic mass different ਹੈ। So that's the difference, ਕਿਉਂਕਿ ਅਸੀਂ mass ਕਿੱਥੋਂ ਲੈਂਦੇ ਹਾਂ, atomic mass ਸਾਡਾ ਹੁੰਦਾ ਹੈ proton plus neutron, number of protons plus number of neutrons, so on। So ਇੱਥੇ ਅਸੀਂ mass ਕਰਦੇ ਹਾਂ, but ਅਸੀਂ come to point ਤੇ ਆਉਂਦੇ ਹਾਂ ਜਿਹੜਾ ਕਿ ਬਹੁਤ important question ਹੈ। ਇਲੈਕਟ੍ਰੋਨਿਕ ਕੰਫੀਗਰੇਸ਼ਨ ਬਹੁਤ ਵਾਰ ਪੁੱਛੀ ਜਾਂਦੀ ਹੈ, ਰਾਈਟ ਦੀ ਇਲੈਕਟ੍ਰੋਨਿਕ ਕੰਫੀਗਰੇਸ਼ਨ ਫॉर ਕ੍ਰੋਮੀਅਮ ਦੇ ਕੇਸ ਦੇ ਵਿੱਚ ਕਹਿੰਦੇ ਇਲੈਕਟ੍ਰੋਨਿਕ ਕੰਫੀਗਰੇਸ਼ਨ ਦੱਸੋ ਜੀ। ਇਲੈਕਟ੍ਰੋਨਿਕ ਕੰਫੀਗਰੇਸ਼ਨ ਤੁਹਾਨੂੰ ਬਹੁਤ ਸਾਰੇ ਆਪਸ਼ਨ ਗਿਵਨ ਹੋਣਗੇ, ਉਹਨਾਂ ਵਿੱਚ ਇਲੈਕਟ੍ਰੋਨਿਕ ਕੰਫੀਗਰੇਸ਼ਨ ਲਿਖੀ ਹੋਏਗੀ। ਜਿਹੜੇ ਬਾਇਓ ਵਾਲੇ ਹੈਗੇ ਨੇ, ਜਿਨ੍ਹਾਂ ਨੇ ਕੈਮਿਸਟਰੀ ਐਜ਼ ਏ ਸੈਕਿੰਡ ਪੇਪਰ ਚੂਜ਼ ਕੀਤਾ ਹੈ, ਤਾਂ ਉਹਨਾਂ ਲਈ ਬਹੁਤ ਚੀਜ਼ਾਂ ਸਮਝਣ ਵਾਲੀ, ਬਿਕੋਜ਼ ਉਹ ਹੁਣ ਭੁੱਲ ਚੁੱਕੇ ਹੋਣਗੇ ਕਿ ਇਲੈਕਟ੍ਰੋਨਿਕ ਕੰਫੀਗਰੇਸ਼ਨ ਪਹਿਲੇ ਤਾਂ ਲਿਖਣੀ ਕਿੱਦਾਂ ਆ, ਸੈਕਿੰਡ ਇਹ ਭੁੱਲ ਚੁੱਕੇ ਹੋਣਗੇ ਕਿ ਕ੍ਰੋਮੀਅਮ ਦੀ ਕੀ ਵਿਸ਼ੇਸ਼ਤਾ ਹੈ, क्या डिफरेंस है, क्या एडवांटेज है, एंड क्रोमियम एंड कॉपर की। तो वी विल डिस्कस अबाउट द क्रोमियम एंड कॉपर इलेक्ट्रॉनिक कंफीग्रेशन। सो स्टार्ट करते हैं क्रोमियम तो। क्रोमियम का एटॉमिक नंबर होता जी 24, नोटेड। इलेक्ट्रॉनिक कंफीग्रेशन लिखनी है आप 1s2 2s2 2p6 3s2 2 4 10 12 20 30 10 4s 2 10 12 and 10 22
That's all. One S two S two 2p6 3s two 3p6 4s2 3p6 3p6 4s2 3d9. Okay, so 2 to 4 10 12 18 20 and 29. Chromium, the atomic numbers can be titanium, indium, chromium. I think so wrong हो रहा है. 24 2 to 4 10 12 24. This one. 18 1s2 2s2 p6 3s2 3p6 3d9 4s2 9 2 11 6 17 2 19 25 27 2 29 30 number from 24. Minus 2 2s2 2p 3s 3p 3d 4s 4p 4d 4f here 3p6 4s2 3d 3ps 4s2 and 3d 9 not who the garage is the this shape. Okay, so there is something mistake in this one. Okay, now this is electronic configuration. So मैंने इसका करके होया सीगा कि ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਅਗਰ ਡਾਊਟ ਚ ਆ ਜਾਂਦੇ ਆ ਤਾਂ ਕਿਸ ਤਰੀਕੇ ਦੇ ਨਾਲ ਅਸੀਂ ਇਲੈਕਟ੍ਰੋਨਿਕ ਕੰਫੀਗਰੇਸ਼ਨ ਨੂੰ ਫਿਲ ਕਰਨਾ ਹੈ। ਸੋ ਨਾ ਟੇਬਲ ਬਣਾ ਕੇ ਇਦਾਂ ਦੇ ਹੁਣ ਅਸੀਂ ਫਿਲ ਕਰਦੇ ਹੁੰਦੇ ਆ ਜਿੱਦਾਂ 1s ਲਿਖ ਲਿਆ 2s 2p 3s 3p 3d and 4s 4p 4d 4f आ जाएगा। सो ਲੈਵਲ ਆਫ એનર્ਜੀ ਇਦਾਂ ਅਸੀਂ ਡਰਾ ਕਰਦੇ ਰਹਿਣਾ ਹੈ। ਸੋ ਇਦਾਂ ਅਸੀਂ ਡਰਾ ਕਰ ਸਕਦੇ ਹਾਂ। ਤਾਂ ਪਲੱਸ 1 ਦੀ ਬੁੱਕ ਦੇ ਵਿੱਚ ਇਹ ਸਾਰਾ ਕੁਝ ਹੈਗਾ ਆ। ਸੋ ਅਸੀਂ ਮੂਵ ਕਰਦੇ ਹਾਂ ਨੈਕਸਟ ਫਰੋਮ 24 ਸੋ ਤੁਸੀਂ ਇੱਥੋਂ ਵੀ ਗੈਸ ਕਰ ਸਕਦੇ ਹੋ ਆਰਗਨ ਐਂਡ 3d9 4s 2. So this is wrong configuration because here d is d4 बार मैं d9 लिख रहे हैं इस करके कंफ्यूज हो गया। इसमें ऊपर 3d9 लिख बैठा सीगा गलती ਦੇ ਨਾਲ ਜੋ ਕਿ ਮੈਨੂੰ ਇੱਕ ਡਾਊਟ ਦੇ ਵਿੱਚ ਪਾਤਾ। ਸੋ ਆਪਾਂ ਫਿਰ ਵਾਪਸ ਆ ਗਏ ਆ ਆਪਣੇ ਟੌਪਿਕ ਦੇ ਉੱਪਰ 3d4 4s2 now d this configuration is wrong because d4 is want to be stable। ये स्टेबल होना चाहता है तो एक इलेक्ट्रॉन d चला जाएगा। So right configuration is 3d5 4s1 which one is exception case। Now d5 is half filled stable configuration। half filled stable configuration ਹੁੰਦੀ ਹੈ chromium ਦੇ ਵਿੱਚ ਵੀ like same chromium ਦਾ ਤੁਸੀਂ ਮੈਨੂੰ comment section ਵਿੱਚ ਕਰਕੇ ਦੱਸਣਾ ਹੈ। Okay, now session is over, thank you।